62 ਅੰਗ ਤੇ ਔਰ ਸਤਿਗੁਰੂ ਪਾਤਸ਼ਾਹ ਜੀ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਾ ਪਾਵਨ ਤਖਤ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਔਰ ਚੰਦਰਮਾ ਸਰੂਪ ਹਨ ਤੇ ਗੁਰਸਿੱਖ ਚਕੋਰਾਂ ਵਾਂਗੂ ਸਤਿਗੁਰਾਂ ਦੇ ਸਰੂਪ ਦੇ ਵੱਲ ਤੱਕ ਰਹੇ ਹਨ। ਗੁਰਸਿੱਖਾਂ ਦੀਆਂ ਬੁੱਧੀਆਂ ਰੂਪ ਕਮੀਆਂ ਪ੍ਰਕਾਸ਼ ਨੂੰ ਪ੍ਰਾਪਤ ਕਰਕੇ ਖਿੜ ਰਹੀਆਂ ਹਨ। ਸਤਿਗੁਰੂ ਜੀ ਭਗਤੀ ਰੂਪ ਚਾਂਦਨੀ ਬਖਸ਼ਿਸ਼ ਕਰਦੇ ਹਨ। ਭਰਮ ਦੇ ਅੰਧੇਰੇ ਨੂੰ ਕੱਟ ਦਿੰਦੇ ਹਨ। ਆਪਣੀ ਪਾਵਨ ਦ੍ਰਿਸ਼ਟੀ ਨਾਲ ਹਿਰਦਿਆਂ ਨੂੰ ਸ਼ਾਂਤ ਕਰਦੇ ਹੈ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਦੀ ਆਰੰਭਤਾ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੰਸਾਰ ਵਿੱਚ ਸ੍ਰਿਸ਼ਟੀ ਕਿਵੇਂ ਮੁਕਤ ਹੁੰਦੀ ਹੈ, ਤਾਂ ਉਪਦੇਸ਼ ਦਿਓ ਮਹਾਰਾਜ। ਪਾਤਸ਼ਾਹ ਜੀ ਫਿਰ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰ। ਇਹ ਮਾਇਆ ਸਾਰਿਆਂ ਨੂੰ ਮੋਹਿਤ ਕਰਨ ਵਾਲੀ ਮੋਹਣੀ ਹੈ। ਪਦਾਰਥਾਂ ਵਿੱਚ ਲਾ ਕਰਕੇ ਮੋਹਿਤ ਕਰਦੀ ਹੈ। ਖਾਣ ਦੀ, ਪੀਣ ਦੀ, ਸੁੰਘਣ ਦੀ, ਸੁਣਨ ਦੀ, ਦੇਖਣ ਦੀ ਤ੍ਰਿਸ਼ਨਾ ਹਰ ਵੇਲੇ ਮਨੁੱਖ ਨੂੰ ਲਾ ਦਿੰਦੀ ਹੈ, ਲੱਗੀ ਰਹਿੰਦੀ ਹੈ। ਮਾਇਆ ਨੇ ਮੋਹਣੀ ਮੰਤਰ ਬੱਤ ਜੀਵਾਂ ਨੂੰ ਮੋਹਿਤ ਕੀਤਾ ਹੋਇਆ। ਮੇਰਾ ਪੁੱਤਰ ਹੈ, ਮੇਰੇ ਸਾਕ ਸੰਬੰਧੀ ਹਨ, ਮੇਰਾ ਘਰ ਹੈ, ਮੇਰੀ ਘਰਵਾਲੀ ਹੈ, ਮੇਰਾ ਪਤੀ ਹੈ, ਮੇਰੀ ਪਤਨੀ ਹੈ। ਏਦਾਂ ਮੋਹਿਤ ਕੀਤਾ ਹੋਇਆ ਸਾਰੇ ਜਗ ਨੂੰ। ਧਨ ਜੋਬਨ ਜਗ ਠੱਗਿਆ, ਲੱਭ ਲੋਭ ਅਹੰਕਾਰ। ਲੱਭ ਪਹਿਲਾ ਪਾਠ ਲੱਭ ਬੱਬੇ ਨਾਲ ਹੈ। ਲੱਭ ਪੋਲਾ ਬੋਲਣਾ, ਲੱਭ ਨਹੀਂ ਕਹਿਣਾ, ਲੱਭ। ਤੇ ਦੂਸਰਾ ਭੱਬੇ ਨਾਲ ਹੈ ਲੋਭ ਬੋਲਣ। ਪਾਤਸ਼ਾਹ ਕਹਿੰਦੇ ਧਨ ਦੇ ਹੰਕਾਰ ਵਿੱਚ, ਜਵਾਨੀ ਦੀ ਹਉਮੈ ਵਿੱਚ ਜੀਵਾਂ ਨੂੰ ਮਾਇਆ ਨੇ ਠੱਗਿਆ ਹੋਇਆ। ਲੋਭ ਖਾਣ ਦਾ, ਲੋਭ ਜੋੜਨ ਦਾ, ਲੋਭ ਗੁਣਾਂ ਦਾ ਹੰਕਾਰ ਕਰਨਾ। ਜੀਵ ਵਿਅਰਥੀ ਕਰੀ ਜਾਂਦੇ ਹਨ ਇਹਨਾਂ ਗੱਲਾਂ ਦਾ ਹੰਕਾਰ। ਮੋਹ ਠਗੌਲੀ ਹਉ ਮੂਈ, ਸਾ ਵਰਤੈ ਸੰਸਾਰ। ਪਾਤਸ਼ਾਹ ਜੀ ਕਹਿੰਦੇ ਹਨ ਮਾਇਆ ਠੱਗਣੀ ਨੇ ਮੋਹ ਰੂਪੀ ਠੱਗ ਬੂਟੀ ਪਾਈ ਹੈ। ਇਸ ਕਰਕੇ ਸਾਰੀ ਸ੍ਰਿਸ਼ਟੀ ਹਉਮੈ ਕਰਕੇ ਮਰ ਰਹੀ ਹੈ। ਇਹ ਮਾਇਆ ਸਾ ਕਹੀਏ ਸਹਿਤ ਬਲ ਦੇ ਸਾਰੇ ਸੰਸਾਰ ਵਿੱਚ ਵਰਤਾਰਾ ਵਰਤਾ ਰਹੀ ਹੈ। ਸਾਰਾ ਸੰਸਾਰ ਇਸ ਮਾਇਆ ਵਿੱਚ ਵਰਤ ਰਿਹਾ ਹੈ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਇ। ਇਹ ਮੇਰੇ ਪਰਮ ਪ੍ਰੇਮ ਦੇ ਅਸਪਦ ਰੂਪ ਪਰਮੇਸ਼ਰ ਵਾਹਿਗੁਰੂ, ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਦਿਸਦਾ। ਮੇਰਾ ਆਪ ਤੋਂ ਬਿਨਾਂ ਹੋਰ ਕੋਈ ਰਾਖਾ ਨਹੀਂ ਹੈ। ਆਪ ਹੀ ਦੇ ਸਿਮਰਨ ਵਿੱਚ ਅੱਠੇ ਪਹਿਰ ਜੁੜੇ ਰਹਿੰਦੇ ਹਾਂ। ਮਾਲਕ ਕਿਰਪਾ ਕੀਤੀ ਹੈ ਤੁਸੀਂ। ਮੈਂ ਤੁਝ ਬਿਨ ਅਵਰ ਨ ਭਾਵਈ, ਤੂੰ ਭਾਵ ਹੈ ਸੁਖ ਹੋਇ ਰਹਾਉ। ਹੇ ਪਰਮੇਸ਼ਰ ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਇਹਨਾਂ ਜੀਵਾਂ ਨੂੰ ਜੇਕਰ ਤੂੰ ਭਾ ਜਾਵੇ ਤਾਂ ਹੀ ਇਹਨਾਂ ਨੂੰ ਸੁੱਖ ਹੋ ਸਕਦਾ। ਜੇ ਤੈਨੂੰ ਇਹਨਾਂ ਦੀ ਭਾਵਨਾ ਸ਼ਰਧਾ ਭਾ ਜਾਵੇ, ਚੰਗੀ ਲੱਗੇ, ਤਾਂ ਸੁੱਖ ਹੁੰਦਾ। ਨਾਮ ਸਲਾਹੀ ਰੰਗ ਸਿਆਓ, ਗੁਰ ਕੈ ਸ਼ਬਦ ਸੰਤੋਖ। ਇਹ ਭਾਈ ਪ੍ਰੇਮ ਦੇ ਰੰਗ ਨਾਲ ਔਰ ਪ੍ਰੇਮ ਨਾਲ ਨਾਮ ਨੂੰ ਸਲਾਹੁਣਾ ਕਰ। ਗੁਰੂ ਦੇ ਉਪਦੇਸ਼ ਦੁਆਰਾ ਸੰਤੋਖ ਧਾਰਨਾ ਕਰ। ਪਖੰਡ ਦਾ ਸੰਤੋਖ ਨਹੀਂ, ਭਾਵ ਸੰਤੋਖ ਅੰਦਰੋਂ ਅੰਦਰੋਂ ਧਾਰਨ ਕਰ ਲੈ। ਐਸਾ ਸੰਤੋਖ ਜੋ ਤੂੰ ਦੇਹ ਤਹੀ ਇਹੋ ਤ੍ਰਿਪਤ ਹੈ, ਆਨ ਨ ਕਤੂ ਧਾਵੋ। ਦੁੱਖ ਸੁਖ ਪਿਆਰੇ ਦੇਹੇ, ਦੁੱਖ ਸੁਖ ਪਿਆਰੇ ਤੁਧ ਧਿਆਈ। ਇਹ ਸਮੱਤ ਗੁਰੂ ਤੇ ਪਾਈ, ਇਹਦਾ ਸਮੱਤ ਧਾਰਨ ਕਰ ਲੈ। ਜੋ ਦਿਸੈ ਜੋ ਦਿਸੈ ਸੋ ਚਲਸੀ, ਕੂੜਾ ਮੋਹ ਨਾ ਦੇਖ। ਜੋ ਸੰਸਾਰ ਵਿੱਚ ਪਦਾਰਥ ਦਿਸਦੇ ਹਨ, ਇਹ ਸਾਰੇ ਚਲੇ ਜਾਣ ਵਾਲੇ। ਇਹਨਾਂ ਦਾ ਝੂਠਾ ਮੋਹ ਬਿਨਾਂ ਗੱਲ ਤੋਂ ਕਿਉਂ ਕਰਦਾ? ਇਹਨਾਂ ਪਦਾਰਥਾਂ ਨੂੰ ਮੋਹ ਕਰਕੇ ਨਾ ਦੇਖਣਾ ਕਰ। ਇਹ ਤੈਨੂੰ ਅੰਤ ਦੇ ਸਮੇਂ ਮੂਰਛਿਤ ਕਰ ਦੇਣਗੇ, ਭਾਵ ਸੁੰਨ ਕਰ ਦੇਣਗੇ।
ਪਤਾ ਹੀ ਨਹੀਂ ਲੱਗਣਾ ਵੀ ਮੈਂ ਪਦਾਰਥ ਛੱਡ ਕੇ ਚੱਲਣ ਦੀ ਤਿਆਰੀ ਵਿੱਚ ਆ। ਬਾਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ। ਜਿਵੇਂ ਬਟਾਊ ਕਹੀਏ ਰਾਹੀ, ਬਾਟ ਕਹੀਏ ਰਸਤੇ ਵਿੱਚ ਆਉਂਦਾ ਹੈ ਤੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਦੀ ਬਾਟ ਵਿੱਚ, ਰਸਤੇ ਵਿੱਚ ਤੂੰ ਆਇਆ ਹੈ, ਰਾਹੀ ਬਣ ਕੇ, ਬਟਾਊ ਬਣ ਕੇ। ਅੱਠੇ ਪਹਿਰ 24,000 ਜਿਹੜਾ ਤੇਰਾ ਸਵਾਸ ਹੈ, ਵੱਧ ਘੱਟ ਲੈਣਾ ਤੂੰ ਅੱਡੋ ਅੱਡੀ। ਇਹ ਸਾਰਾ ਤੇਰਾ ਰਸਤਾ ਮੁੱਕਦਾ ਜਾਂਦਾ ਹੈ, ਅੰਤ ਨੂੰ ਜ਼ਿੰਦਗੀ ਰੂਪ ਰਸਤਾ ਪੂਰਾ ਹੋ ਜਾਵੇਗਾ। ਤੂੰ ਦੇਖ ਲੈ, ਸਾਥੀ ਤੇਰੇ ਇੰਦਰੇ ਜਿਹੜੇ ਹਨ ਇਹ ਵੀ ਚਲੇ ਜਾਣਗੇ, ਮੱਧਮ ਪੈ ਗਏ ਹਨ। ਆਖਣ ਆਖੈ ਕੇਤੜੇ ਗੁਰ ਬਿਨ ਬੂਝ ਨਾ ਹੋਏ। ਆਖਣ, ਆਖਣ ਦੁਆਰਾ ਆਖਣ ਵਾਲੇ ਹੋ ਕਰਕੇ ਕਿੰਨੇ ਹੀ ਲੋਕ ਆਖਦੇ ਹਨ ਤੇ ਮਰ ਗਏ, ਮਰ ਕਰਕੇ। ਔਰ ਸਤਿਗੁਰੂ ਮਹਾਰਾਜ ਚ ਪਾਤਸ਼ਾਹ ਕਹਿੰਦੇ ਆਖਣ ਆਖੈ ਕੇਤੜੇ, ਬਹੁਤ ਆਖਦੇ ਨੇ, ਉਹ ਮਰ ਗਿਆ, ਫਲਾਨਾ ਮਰ ਗਿਆ। ਤੇ ਆਖਣ ਦੁਬਾਰਾ ਆਖਣ ਵਾਲੇ ਹੋ ਕਰਕੇ ਕਿੰਨੇ ਲੋਕ ਆਖੀ ਜਾਂਦੇ ਹਨ, ਪਰ ਗੁਰ ਬਿਨ ਬੂਝ ਨਾ ਹੋਏ। ਪਾਤਸ਼ਾਹ ਕਹਿੰਦੇ ਹਨ ਗੁਰੂ ਤੋਂ ਬਿਨਾਂ ਭਾਈ ਬੂਝ ਕੇ ਸਮਝ ਨਹੀਂ ਹੁੰਦੀ। ਗੁਰੂ ਧਾਰਨ ਦੀ ਲੋੜ ਹੈ ਜੱਗ ਵਿੱਚ, ਸਮਾਜ ਵਿੱਚ, ਸੰਸਾਰ ਵਿੱਚ। ਤੇ ਗੁਰੂ ਵੀ ਅਜਿਹਾ ਹੋਵੇ, ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਮੱਚ ਦੀ ਅਗਨ ਵਿੱਚੋਂ ਲੇਵੈ ਸਿੱਖ ਨੂੰ ਨਿਕਾਲ ਜੀ। ਐਸਾ ਗੁਰੂ ਹੋਵੇ ਜਿਹੜਾ ਅੰਦਰ ਦੀ ਅੱਗ, ਬਾਹਰ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਕ੍ਰੋਧ ਦੀ ਅੱਗ, ਕਾਮ ਦੀ ਅੱਗ ਤੋਂ ਬਚਾ ਕੇ ਆਪਣੇ ਸਿੱਖ ਨੂੰ ਬਚਾ ਲਵੇ। ਐਸੇ ਗੁਰੂ ਨੂੰ ਧਾਰਨ ਕਰੋ। ਪਾਤਸ਼ਾਹ ਕਹਿੰਦੇ ਗੁਰ ਬਿਨ ਬੂਝ ਨਾ ਹੋਏ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ, ਸੋਝੀ ਨਹੀਂ ਹੁੰਦੀ। ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ। ਪਾਤਸ਼ਾਹ ਜੀ ਕਹਿੰਦੇ ਸਤਿਗੁਰਾਂ ਪਾਸੋਂ ਨਾਮ ਜਪਣ ਦੀ ਵਡਿਆਈ ਮਿਲ ਜਾਵੇ ਤਾਂ ਸੱਚੇ ਦੇ ਪ੍ਰੇਮ ਰੰਗ ਵਿੱਚ ਰਪੈ ਕਹੀਏ ਰੰਗਣਾ ਕਰ, ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ। ਜੋ ਤੁਧ ਭਾਵੈ ਸੇ ਭਲੇ, ਖੋਟਾ ਖਰਾ ਨਾ ਕੋਇ। ਹੇ ਪਰਮੇਸ਼ਰ, ਜੋ ਗੁਰਮੁਖ ਤੈਨੂੰ ਪਾਉਂਦੇ ਹਨ ਉਹ ਭਲੇ ਚੰਗੇ ਹਨ, ਉਹਨਾਂ ਦੀ ਸਮ ਦ੍ਰਿਸ਼ਟੀ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਖੋਟਾ ਭਾਵ ਨਾ ਕੋਈ ਧਰਮ ਤੋਂ ਹੀਣਾ ਹੈ ਅਤੇ ਨਾ ਕੋਈ ਖਰਾ ਧਰਮ ਵਾਲਾ ਪ੍ਰਤੀਤ ਹੁੰਦਾ ਹੈ। ਸਭ ਨੂੰ ਬ੍ਰਹਮ ਰੂਪ ਜਾਣ ਕੇ ਇੱਕ ਸਮਾਨ ਦੇਖਦੇ ਹਨ। ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸ। ਸਤਿਗੁਰਾਂ ਦੀ ਸ਼ਰਨ ਪੈ ਕਰਕੇ ਛੁਟਕਾਰਾ ਹੁੰਦਾ ਹੈ। ਮਨਮੁਖਾਂ ਦੀ ਤਾਂ ਖੋਟੇ ਰਸਤੇ ਦੀ ਰਾਸ ਕੇ ਪੂੰਜੀ ਇਕੱਠੀ ਕੀਤੀ ਹੋਈ ਹੈ। ਝੂਠੀਆਂ ਗੱਲਾਂ, ਝੂਠੇ ਪਦਾਰਥ ਇਕੱਠੇ ਕਰਦੇ ਹਨ। ਅਸ਼ਟ ਧਾਤ ਪਾਤ ਸਾਹ ਕੀ, ਘੜੀਐ ਸ਼ਬਦ ਵਿਗਾਸ। ਪਾਤਸ਼ਾਹ ਕਹਿੰਦੇ ਹਨ ਕਿ ਪਰਮੇਸ਼ਰ ਨੇ ਅੱਠੇ ਧਾਤਾਂ ਤੋਂ ਰਸ, ਰਕਤ, ਮਿੱਝ, ਓਜ, ਚਰਬੀ, ਨਾੜੀਆਂ, ਬੀਰਜ, ਅਸਤ, ਅੱਠ ਧਾਤਾਂ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਪੈਦਾ ਕੀਤੀ ਹੈ। ਇਸ ਵਿੱਚ ਗੁਰੂ ਜੀ ਦੇ ਸ਼ਬਦ ਨਾਲ ਪ੍ਰੇਮ ਕਰਨ ਰੂਪ ਘਾੜਤ ਘੜਨੀ ਚਾਹੀਦੀ ਹੈ। ਆਪੇ ਪਰਖੇ ਪਾਰਖੂ ਪਵੈ ਖਜ਼ਾਨੈ ਰਾਸ। ਉਹਨਾਂ ਨੂੰ ਆਪ ਹੀ ਗੁਰੂ ਰੂਪੀ ਪਾਰਖੂ ਪਰਖ ਕਰਕੇ ਪਰਮੇਸ਼ਰ ਪ੍ਰਾਪਤੀ ਰੂਪੀ ਖਜ਼ਾਨੇ ਵਿੱਚ ਪਾ ਲੈਂਦਾ ਹੈ। ਜਿਨ੍ਹਾਂ ਪਾਸ ਰਾਸ ਕੀ ਸਚਿਆਈ ਹੈ, ਗੁਰੂ ਰੂਪ ਸਰਾਪ ਗਰਭ ਵਿੱਚ, ਨਰਕਾਂ ਰੂਪੀ ਅਗਨੀ ਵਿੱਚ, ਔਰ ਨਹੀਂ ਤਾਉਂਦੇ ਭਾਵ ਅਭੇਦ ਹੀ ਹੋ ਜਾਂਦੇ ਹਨ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਜੋਤ ਸਮਾਨਾ। ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ। ਇਹ ਪਰਮੇਸ਼ਰ ਤੇਰੀ ਕਿਸੇ ਤੋਂ ਵੀ ਕੀਮਤ ਨਹੀਂ ਪਾਈ ਜਾਂਦੀ। ਭੇਦਵਾਦੀਆਂ ਤੋਂ, ਨਿਆਂਇਕਾਂ ਤੋਂ, ਸਾਖੀਆਂ ਤੋਂ, ਕਾਲਵਾਦੀਆਂ ਤੋਂ ਤੇਰੀ ਕੀਮਤ ਨਹੀਂ ਪੈਂਦੀ। ਸਾਰੀ ਸ੍ਰਿਸ਼ਟੀ ਠੋਕ ਕੇ, ਇਹ ਭਾਂਡੇ ਦੀ ਤਰ੍ਹਾਂ ਠੋਕ ਕਰਕੇ, ਠਣਕਾ ਕਰਕੇ, ਟਣਕਾ ਕਰਕੇ, ਢੋਲ ਦੀ ਤਰ੍ਹਾਂ ਵਜਾ ਕਰਕੇ ਪਰਖ ਕੇ ਦੇਖੀ ਹੈ। ਠੋਕ
ਠੋਕ ਵਜਾ ਕੇ, ਪਰਖ ਕੇ, ਅਜਮਾਇਸ਼ ਕਰਕੇ ਦੇਖ ਲਈਏ। ਤੇਰੀ ਕੀਮਤ ਕਿਸੇ ਤੋਂ ਪੈਂਦੀ ਨਹੀਂ, ਨਾ ਪਈ ਹੈ ਤੇ ਨਾ ਪਾਵੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕਹਿਣਾ ਹਾਥ ਨਾ ਲੱਭਈ, ਸੱਚ ਟਿਕੈ ਪਤ ਪਾਏ। ਪਾਤਸ਼ਾਹ ਜੀ ਕਹਿੰਦੇ ਹਨ, ਕਹਿਣ ਕਰਕੇ ਅਸੀਂ ਪਰਮੇਸ਼ਰ ਪ੍ਰਾਪਤ ਕੀਤਾ ਹੈ। ਅੰਤਿਸ਼ਕਰਨ ਰੂਪੀ ਹੱਥ ਵਿੱਚ ਸਖਿਆਤਕਾਰ ਹੋਣ ਰੂਪ ਲੱਭਦਾ ਨਹੀਂ। ਸੱਚੇ ਨਾਮ ਵਿੱਚ ਮਨ ਨੂੰ ਟਿਕਾਉਣਾ ਕਰੇ ਤਾਂ ਹੀ ਇੱਜ਼ਤ ਪਾਈ ਜਾ ਸਕਦੀ ਹੈ। ਗੁਰਮਤਿ ਤੂੰ ਸਾਲਾਹਣਾ, ਹੋਰ ਕੀਮਤ ਕਹਿਣ ਨਾ ਜਾਏ। ਪਾਤਸ਼ਾਹ ਕਹਿੰਦੇ ਭਾਈ, ਗੁਰਮਤਿ ਦੁਆਰਾ ਨਾਮ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਸਲਾਹੁਣਾ ਕਰ, ਤੇ ਪ੍ਰਭੂ ਦੀ ਕੀਮਤ ਕਹੀ ਨਹੀਂ ਜਾਂਦੀ, ਹੋਰ ਕੀਮਤ ਕਹਿਣ ਨਾ ਜਾਏ। ਗੁਰਮਤਿ ਦੁਆਰਾ ਤੂੰ ਆਪਾ ਭਾਵ ਮੇਟਣਾ ਕਰ, ਸਲਾਹੁਣਾ ਕਰ, ਉਸ ਦੀ ਕੀਮਤ ਨਹੀਂ ਪਾਈ ਜਾਂਦੀ।